ਭੂਰਿਆਂ ਵਾਲੇ ਰਾਜੇ ਕੀਤੇ। ਭਾਗ 14। ਸਿੰਘ ਤੋਪ ਹੀ ਧੂ ਕੇ ਲੈ ਤੁਰੇ ਅਤੇ ਅਬਦੁਸ ਸਮਦ ਖਾਂ ਦਾ ਸਢੌਰੇ ਪੁੱਜ ਕੇ ਘੇਰਾ ਕੱਸਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਢੌਰੇ ਦੀ ਗੜੀ ਤੇ ਜੈਨਦੀਨ ਅਹਿਮਦ ਖਾਂ ਦੀ ਇੱਕ ਜ਼ਬਰਦਸਤ ਤੋਪ ਜੋ ਲਗਾਤਾਰ ਗੋਲੇ ਭਰਾਈ ਜਾ ਰਹੀ ਸੀ ਵੀ ਸਿੰਘਾਂ ਦਾ ਬਹੁਤਾ ਨੁਕਸਾਨ ਨਹੀਂ ਸੀ ਕਰ ਰਹੀ, ਤਾਂ ਵੀ ਸਿੰਘ ਦਲੇਰੀ, ਹੁਸ਼ਿਆਰੀ ਤੇ ਅਥਾਹ ਹਿੰਮਤ ਦਾ ਰੋਹਬ ਤੇ ਜਲਵਾ ਦੁਸ਼ਮਣ ਨੂੰ ਵਿਖਾਉਣ ਲਈ ਇਸ ਤੋਪ ਨੂੰ ਇਸ ਦੇ ਟਿਕਾਣੇ ਤੋਂ ਇਸ ਤਰ੍ਹਾਂ ਖਿਸਕਾ ਲਿਜਾਣ ਦਾ ਇਰਾਦਾ ਕਰ ਲਿਆ ਕਿ ਕਿਸੇ ਨੂੰ ਨਾ ਤਾਂ ਆਵਾਜ਼ ਹੀ ਸੁਣੇ ਤੇ ਨਾ ਹੀ ਪਤਾ ਲੱਗੇ ਕਿ ਤੋਪ ਕਿਵੇਂ ਤੇ ਕਿੱਧਰ ਲੈ ਗਏ ਹਨ। ਭਾਵੇਂ ਸਿੰਘਾਂ ਨੂੰ ਇਹ ਤੋਪ ਲੈ ਜਾਣ ਦਾ ਕੋਈ ਲਾਭ ਨਹੀਂ ਸੀ, ਕਿਉਂਕਿ ਇਸ ਤੋਪ ਦਾ ਢਿੱਡ ਭਰਨ ਲਈ ਉਹਨਾਂ ਪਾਸ ਦਾਰੂ ਸਿੱਕਾ ਨਹੀਂ ਸੀ, ਪਰ ਉਹ ਮੁਗਲ ਫੌਜਦਾਰ ਤੇ ਉਸ ਦੇ ਸੂਰਬੀਰਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਤੁਹਾਡੇ ਏਡੇ ਵੱਡੇ ਲਸ਼ਕਰ ਤੇ ਤੁਹਾਡੀਆਂ ਤੋਪਾਂ ਨੂੰ ਅਸੀਂ ਟਿੱਚ ਸਮਝਦੇ ਹਾਂ। ਇਹ ਬੜਾ ਖਤਰਨਾਕ ਤੇ ਮਹਿੰਗਾ ਪੈ ਜਾਣ ਵਾਲਾ ਮਖੌਲ ਸੀ, ਪਰ ਸਿੰਘਾਂ ਦੀ ਖੌਅ ਹੈ ਕਿ ਯੁੱਧ ਵਿੱਚ ਵੱਧ ਤੋਂ ਵੱਧ ਜਾਨ ਜੋਖਮ ਵਾਲਾ ਕੰਮ ਉਹਨਾਂ ਦੀ ਸਭ ਤੋਂ ਪਿਆਰੀ ਤੇ ਮਨ ਭਾਉਂਦੀ ਖੇਡ ਹੈ। ਮੌਤ ਦੇ ਭਰਪੂਰ ਖਤਰੇ ਵਾਲੇ ਕਾਰੇ ਚੋਂ ਉਹ ਡਾਢਾ ਆਨੰਦ ਮਾਣਦੇ ਹਨ। ਬਸ ਇਹ ਸੋਚਣ ਦੀ ਦੇਰ ਸੀ ਕਿ ਝੱਟ ਵਿਉਂਤ ਬਣ ਗਈ। ਗੜੀ ਦੇ ਅੰਦਰੋਂ ਅੰਦਰ ਸੁਰੰਗ ਪੁੱਟ ਕੇ ਉਸ ਥਾਂ ਤੱਕ ਲੈ ਗਏ ਜਿੱਥੇ ਤੋਪ ਬੀੜੀ ਹੋਈ ਸੀ। ਤੋਪ ਨੂੰ ਧੋਣ ਲਈ ਬਲਦਾਂ ਦੀਆਂ ਜੋਗਾਂ ਤੇ ਮਜ਼ਬੂਤ ਰੱਸੇ ਤਿਆਰ ਕਰ ਲਏ। ਇਹ ਵਰਖਾ ਦੇ ਦਿਨ ਸਨ। ਇੱਕ ਅਤੀ ਹਨੇਰੀ ਰਾਤ ਨੂੰ ਜਦ ਮੀਂਹ ਬੜੇ ਜ਼ੋਰ ਦਾ ਵਰ ਰਿਹਾ ਸੀ ਅਤੇ ਉਸ ਦੀ ਸ਼ੂਕ ਕਾਰਨ ਕਿਸੇ ਨੂੰ ਸੁਣ ਵੀ ਕੁਝ ਨਹੀਂ ਸੀ ਰਿਹਾ, ਹਨੇਰੇ ਵਿੱਚ ਹੱਥ ਪਸਾਰਿਆਂ ਵੀ ਨਹੀਂ ਸੀ ਦਿਸ ਰਿਹਾ। ਘੇਰਾ ਪਾਉਣ ਵਾਲੀ ਬਾਹਰਲੀ ਮੁਗਲ ਸੈਨਾ ਦੇ ਯੋਧੇ ਥਾਂ ਥਾਈਂ ਦੜੇ ਪਏ ਸਨ। ਸਿਰ ਕੱਢ ਕੇ ਬਾਹਰ ਵੇਖਣ ਦਾ ਕਿਸੇ ਨੂੰ ਹੀਆ ਨਹੀਂ ਸੀ ਪੈ ਰਿਹਾ। ਉਸ ਸਮੇਂ ਸਿੰਘਾਂ ਨੇ ਉਸ ਤੋਪ ਨੂੰ ਖਿਸਕਾ ਕੇ ਗੜੀ ਵੱਲ ਧੂ ਲਿਆਉਣ ਲਈ ਇੱਕ ਬੜਾ ਯੋਗ ਮੌਕਾ ਸਮਝਿਆ। ਅੱਧੀ ਕੁ ਰਾਤ ਹੋ ਚੁੱਕੀ ਸੀ ਜਦ ਸਿੰਘਾਂ ਸੁਰੰਗ ਦੇ ਅਗਲੇ ਸਿਰੇ ਲਾਗੋਂ, ਜੋ ਤੋਪ ਦੇ ਐਨ ਲਾਗੇ ਜਾ ਪਹੁੰਚਿਆ ਸੀ, ਉਸ ਦੀ ਛੱਡੀ ਹੋਈ ਮਿੱਟੀ ਵੀ ਹਟਾ ਦਿੱਤੀ। ਕਿਲੇ ਦੇ ਅੰਦਰ ਬਲਦਾਂ ਦੀਆਂ ਜੋੜੀਆਂ ਇੱਕ ਦੂਜੇ ਦੇ ਅੱਗੇ ਜੋੜ ਕੇ ਤੋਪ ਨੂੰ ਅੰਦਰ ਵੱਲ ਖਿੱਚਣ ਲਈ ਤਿਆਰੀ ਕਰ ਲਈ। ਫਿਰ ਕੁਝ ਮਨ ਚਲੇ ਸਿੰਘ ਨਿਤਰੇ। ਕਿਲੇ ਦੀ ਬਾਹਰਲੀ ਖਾਈ ਵਿੱਚ ਮੀਂਹ ਦਾ ਪਾਣੀ ਬੜੇ ਜ਼ੋਰ ਨਾਲ ਪੈ ਰਿਹਾ ਸੀ। ਠੰਡ ਤੇ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਖਾਈ ਦੇ ਡੋਬੂ ਤੇ ਰੋੜੂ ਪਾਣੀ ਨੂੰ ਤਰ ਕੇ ਵੈਰੀ ਦੀ ਤੋਪ ਦੇ ਲਾਗੇ ਜਾ ਪਹੁੰਚੇ ਅਤੇ ਤੋਪ ਦੇ ਪਟੜੇ ਨੂੰ ਪੁੱਟ ਕੇ ਰੱਸੇ ਬੰਨ੍ਹ ਦਿੱਤੇ। ਫਿਰ ਇਹ ਸਿੰਘ ਉਸੇ ਤਰ੍ਹਾਂ ਤਰ ਕੇ ਮੁੜ ਅੰਦਰ ਆ ਗਏ। ਹਿੱਕਣ ਤੇ ਜਦ ਬਲਦਾਂ ਜ਼ੋਰ ਲਾ ਕੇ ਖਿੱਚਣਾ ਸ਼ੁਰੂ ਕੀਤਾ ਤਾਂ ਤੋਪ ਸਣੇ ਪਟੜੇ ਦੇ ਹਿੱਲ ਪਈ ਤੇ ਸੁਰੰਗ ਵੱਲ ਨੂੰ ਰਿੜ ਤੁਰੀ। ਪਰ ਬਦਕਿਸਮਤੀ ਨਾਲ ਜਦ ਹੇਠਾਂ ਪੁੱਜੀ ਤਾਂ ਤੋਪ ਅਤੇ ਠੇਲੀ ਪਟੜੇ ਨੂੰ ਬੰਨੇ ਹੋਏ ਰੱਸੇ ਟੁੱਟ ਗਏ। ਨਾਲ ਹੀ ਤੋਪ ਆਪਣੇ ਪਟੜੇ ਤੋਂ ਲੈ ਗਈ ਤੇ ਦੋਵੇਂ ਵੱਖਰੇ ਹੋ ਕੇ ਥੱਲੇ ਡਿੱਗ ਪਏ। ਇਹਨਾਂ ਦੇ ਡਿੱਗਣ ਨਾਲ ਇੰਨਾ ਉੱਚਾ ਜ਼ੋਰਦਾਰ ਧੜਮ ਕਰਕੇ ਧਮਾਕਾ ਹੋਇਆ ਕਿ ਊਂਘਦੇ ਤੇ ਸੁੱਤੇ ਪਏ ਪਹਿਰੇਦਾਰ ਤਰਬਕ ਕੇ ਜਾਗ ਪਏ। ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਕੀ ਹੋਇਆ ਹੈ। ਸਾਰੇ ਹੀ ਜਲ ਤੂੰ ਜਲਾਲ ਤੂੰ ਪੜ੍ਹਨ ਲੱਗ ਪਏ। ਫਿਰ ਜਦ ਤੋਪ ਨੂੰ ਆਪਣੇ ਥਾਂ ਤੋਂ ਗਾਇਬ ਹੋਈ ਡਿੱਠਾ ਤਾਂ ਜੈਨਦੀਨ ਅਹਿਮਦ ਖਾਂ ਦੇ ਸਰਹੰਦੀ ਲਸ਼ਕਰ ਵਿੱਚ ਹਫੜਾ ਦਫੜੀ ਮਚ ਗਈ ਤੇ ਉਹ ਤੋਪ ਦੀ ਭਾਲ ਵਿੱਚ ਸਾਰੀ ਪਾਸੀਂ ਭੱਜ ਉੱਠੇ। ਸਾਰਿਆਂ ਦੀ ਇਹ ਖਾਹਿਸ਼ ਸੀ ਕਿ ਫੌਜਦਾਰ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਤੋਪ ਨੂੰ ਭਾਲ ਲਿਆ ਜਾਵੇ, ਪਰ ਤੋਪ ਕਿੱਥੋਂ ਲੱਭੇ। ਚਿੱਕੜ ਤੇ ਜਿੱਲਣ ਵਿੱਚ ਦੀ ਡਿੱਗਦਾ ਢਹਿੰਦਾ ਹੋਇਆ ਜੈਨਦੀਨ ਫੌਜਦਾਰ ਖੁਦ ਪੈਦਲ ਤੇ ਬੜਾ ਹੀ ਘਬਰਾਇਆ ਹੋਇਆ ਤੋਪ ਦੇ ਦਮਦਮੇ ਤੱਕ ਪੁੱਜਾ। ਚੁਫੇਰੇ ਹਨੇਰਾ ਹੀ ਹਨੇਰਾ ਸੀ। ਵਰਖਾ ਤੇ ਹਵਾ ਦਾ ਇੰਨਾ ਜ਼ੋਰ ਸੀ ਕਿ ਮਸ਼ਾਲ ਕੋਈ ਬਲ ਨਹੀਂ ਸੀ ਸਕਦੀ। ਲੱਕ ਲੱਕ ਪਾਣੀ ਸਾਰੇ ਪਾਸੀਂ ਛੱਲਾ ਮਾਰ ਰਿਹਾ ਸੀ। ਮਸ਼ਾਲਾਂ ਜਗਾਉਣ ਦਾ ਹੁਕਮ ਦੇਣੋਂ ਵੀ ਫੌਜਦਾਰ ਡਰਦਾ ਸੀ, ਕਿਉਂਕਿ ਇੰਜ ਕਰਨ ਨਾਲ ਸਿੰਘਾਂ ਦੀ ਗੋਲੀ ਸਿੱਧੀ ਮਸ਼ਾਲਾਂ ਵਾਲੇ ਥਾਂ ਲਸ਼ਕਰੀਆਂ ਉੱਤੇ ਵਰਨ ਲੱਗ ਪੈਣੀ ਸੀ। ਇੰਨੇ ਸੰਘਣੇ ਹਨੇਰੇ ਵਿੱਚ ਉਹ ਲੋ ਤੋਂ ਬਿਨਾਂ ਕਰਨ ਵੀ ਕੀ। ਅੰਤ ਨੂੰ ਟੋਂਦਿਆਂ ਟੋਂਦਿਆਂ ਬੜੀ ਮੁਸ਼ਕਿਲ ਨਾਲ ਪਤਾ ਲੱਗਾ
ਕਿ ਤੋਪ ਅਤੇ ਉਸਦਾ ਪਟੜਾ ਦਮਦਮੇ ਤੋਂ ਹੇਠਾਂ ਟੋਏ ਵਿੱਚ ਪੁੱਠੇ ਡਿੱਗੇ ਪਏ ਹਨ। ਹੁਣ ਜੈਨਦੀਨ ਅਹਿਮਦ ਖਾਂ ਦੇ ਉੱਡੇ ਹੋਏ ਹੋਸ਼ ਕੁਝ ਟਿਕਾਣੇ ਹੋਏ। ਉਸ ਨੇ ਆਪਣੇ ਲਸ਼ਕਰ ਦੇ 100 ਆਦਮੀਆਂ ਨੂੰ ਹੱਲਾਸ਼ੇਰੀ ਦਿੱਤੀ ਤੇ 50-50 ਰੁਪਏ ਹਰ ਇੱਕ ਨੂੰ ਇਨਾਮ ਦੇਣ ਦਾ ਵਾਅਦਾ ਕੀਤਾ ਜੇ ਉਹ ਤੋਪ ਨੂੰ ਉੱਥੋਂ ਕੱਢ ਲਿਆਉਣ। ਫੌਜਦਾਰ ਲਲਕਾਰੇ ਕਿ ਜੇ ਦਿਨ ਚੜ੍ਹਨ ਤੋਂ ਪਹਿਲਾਂ ਤੋਪ ਕੱਢ ਲਿਆਉਣ ਤਾਂ ਲਾਜਪਤ ਰਹਿ ਜਾਊ, ਨਹੀਂ ਤਾਂ ਦਿਨੇ ਸਿੰਘਾਂ ਦੀਆਂ ਗੋਲੀਆਂ ਨੇ ਕਿਸੇ ਨੂੰ ਲਾਗੇ ਨਹੀਂ ਫਟਕਣ ਦੇਣਾ। ਇਹਨਾਂ 100 ਆਦਮੀਆਂ ਨੇ ਦੇਰ ਤੱਕ ਖੱਪ ਕੇ ਬੜੀ ਮੁਸ਼ਕਲ ਨਾਲ ਤੋਪ ਕੱਢੀ ਤੇ ਸੁਰੱਖਿਅਤ ਥਾਂ ਪਹੁੰਚਾਈ। ਸਢੌਰੇ ਦਾ ਘੇਰਾ ਕਈ ਮਹੀਨੇ ਲਟਕਦਾ ਰਿਹਾ। ਹੁਣ ਜਦ ਤਖਤ ਤੇ ਫਰਖਸ਼ੀਅਰ ਬੈਠਾ ਤਾਂ ਸਭ ਤੋਂ ਪਹਿਲਾਂ ਉਸਨੇ ਇਸ ਪਾਸੇ ਹੀ ਧਿਆਨ ਕੀਤਾ ਤੇ ਇਸ ਘੇਰੇ ਨੂੰ ਕਾਮਯਾਬ ਕਰਨ ਲਈ ਇਸ ਦੀ ਕਮਾਨ ਲਾਹੌਰ ਦੀ ਸੂਬੇਦਾਰੀ ਦੇ ਨਾਲ ਹੀ ਬਦਲ ਦਿੱਤੀ। ਜ਼ਬਰਦਸਤ ਖਾਂ ਦੀ ਥਾਂ ਅਬਦੁਸ ਸਮਾਦਕ ਖਾਂ ਲਾਹੌਰ ਦਾ ਸੂਬੇਦਾਰ। ਫਰਖਸ਼ੀਅਰ ਨੇ ਤਖਤ ਤੇ ਬੈਠਦਿਆਂ ਜਹਾਂਦਾਰ ਸ਼ਾਹ ਵੱਲੋਂ ਨਿਯੁਕਤ ਕੀਤੇ ਕਈ ਵੱਡੇ ਵੱਡੇ ਅਫਸਰ ਬਦਲ ਦਿੱਤੇ। 27 ਮੁਹੱਰਮ 1125 ਹਿਜਰੀ ਭਾਵ 14 ਮਾਰਚ 1713 ਈਸਵੀ ਨੂੰ ਜ਼ਬਰਦਸਤ ਦੀ ਥਾਂ ਅਬਦੁਸ ਸਮਾਦਕ ਖਾਂ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਅਤੇ ਉਸ ਦੇ ਪੁੱਤਰ ਜ਼ਕਰੀਆ ਖਾਨ ਬਹਾਦਰ ਨੂੰ ਜੰਮੂ ਦਾ ਫੌਜਦਾਰ ਬਣਾਇਆ। 7 ਦਿਨ ਬਾਅਦ 21 ਮਾਰਚ ਨੂੰ ਬਾਦਸ਼ਾਹ ਵੱਲੋਂ ਸੱਯਦ ਹੁਸੈਨ ਅਲੀ ਖਾਨ ਨੂੰ ਹੁਕਮ ਹੋਇਆ ਕਿ ਅਬਦੁਸ ਸਮਾਦਕ ਖਾਨ ਨੂੰ ਲਿਖ ਦੇਵੇ ਕਿ ਉਹ ਆਪਣੀ ਫੌਜ ਲੈ ਕੇ ਜ਼ੈਨਦੀਨ ਅਹਿਮਦ ਖਾਨ ਨਾਲ ਜਾ ਮਿਲੇ ਤੇ ਦੋਵੇਂ ਰਲ ਕੇ ਬੰਦਾ ਸਿੰਘ ਨੂੰ ਫੜਨ ਜਾਂ ਖਤਮ ਕਰ ਦੇਣ। 2 ਤੇ 4 ਅਪ੍ਰੈਲ ਨੂੰ ਵਾਰੋ-ਵਾਰੀ ਦਿੱਲੀ ਬਾਦਸ਼ਾਹ ਨੂੰ ਖਬਰਾਂ ਪੁੱਜੀਆਂ ਕਿ ਬੰਦਾ ਸਿੰਘ 4-5 ਹਜ਼ਾਰ ਸਿੰਘਾਂ ਸਮੇਤ ਲੋਹਗੜ੍ਹ ਦੇ ਕਿਲੇ ਵਿੱਚ ਸ਼ਾਹੀ ਫੌਜ ਨਾਲ ਟਾਕਰੇ ਲਈ ਡਟਿਆ ਹੋਇਆ ਹੈ। ਸਢੌਰੇ ਦੀ ਗੜੀ ਵਿੱਚ 1000 ਕੁ ਸਿੰਘ ਪੱਕੇ ਪੈਰ ਜਮਾ ਕੇ ਬਾਦਸ਼ਾਹੀ ਪ੍ਰਸ਼ਾਸਨ ਨੂੰ ਤਹਿਸ ਨਹਿਸ ਕਰ ਰਹੇ ਹਨ। ਆਲੇ ਦੁਆਲੇ ਦੇ ਪਰਗਣਿਆਂ ਨੂੰ ਉਹਨਾਂ ਆਪਣੀ ਲੁੱਟ ਮਾਰ ਤੇ ਗਾਰਤ ਘਰੀ ਦਾ ਨਿਸ਼ਾਨਾ ਬਣਾਇਆ ਹੋਇਆ ਹੈ। ਜ਼ੈਨਦੀਨ ਅਹਿਮਦ ਖਾਂ ਫੌਜਦਾਰ ਸਰਹੰਦ ਨੇ ਛੱਤ ਬਨੂੜ ਦੇ ਪਰਗਣੇ ਵਿੱਚ ਡੇਰਾ ਲਾਇਆ ਹੋਇਆ ਹੈ ਤਾਂ ਕਿ ਸਿੰਘਾਂ ਤੇ ਸਖਤਾਈ ਕਰਕੇ ਉਹਨਾਂ ਦੀ ਰੋਕਥਾਮ ਕਰੇ, ਪਰ ਸਿੰਘਾਂ ਤੇ ਹਾਵੀ ਹੋਣ ਵਿੱਚ ਉਹ ਸਫਲ ਨਹੀਂ ਹੋ ਰਿਹਾ। ਉਸ ਦੀ ਉਹਨਾਂ ਮੂਹਰੇ ਕੋਈ ਪੇਸ਼ ਨਹੀਂ ਜਾ ਰਹੀ। ਸ਼ਾਹੀ ਫਰਮਾਨ ਮਿਲਦੇ ਸਾਰ ਹੀ ਅਬਦੁਸ ਸਮਾਦਕ ਖਾਨ ਤੁਰੰਤ ਲਾਹੌਰ ਆਣ ਪੁੱਜਾ। ਇਹ ਤੁਰਾਨੀ ਸਰਦਾਰ ਮੁਹੰਮਦ ਅਮੀਨ ਖਾਨ ਦਾ ਸਾਂਢੂ ਸੀ। ਇਹਨਾਂ ਦੋਵਾਂ ਦੀਆਂ ਘਰ ਵਾਲੀਆਂ ਉਸ ਦੇ ਚਾਚੇ ਖਵਾਜਾ ਜ਼ਕਰੀਏ ਦੀਆਂ ਧੀਆਂ ਸਨ। ਇਹ ਪਹਿਲਾਂ ਪਹਿਲ ਔਰੰਗਜ਼ੇਬ ਬਾਦਸ਼ਾਹ ਦੇ ਵੇਲੇ ਕਿਸਮਤ ਅਜ਼ਮਾਈ ਲਈ ਲਾਹੌਰ ਆਇਆ ਸੀ। ਇਹ ਯੋਗ ਆਦਮੀ ਹੋਣ ਕਰਕੇ ਬਾਦਸ਼ਾਹ ਦੀ ਨਜ਼ਰੀ ਚੜ੍ਹ ਗਿਆ। ਪਹਿਲਾਂ ਇਸ ਨੂੰ 4 ਸਦੀ ਦਾ ਅਹੁਦਾ ਦਿੱਤਾ ਗਿਆ। ਬਹਾਦਰ ਸ਼ਾਹ ਦੇ ਮਰਨ ਤੇ ਉਸ ਦੇ ਪੁੱਤਾਂ ਵਿੱਚ ਗੱਦੀ ਹਾਸਲ ਕਰਨ ਲਈ ਹੋਈ ਜੰਗ ਸਮੇਂ ਇਹ ਜ਼ੁਲਫਕਾਰ ਖਾਨ ਨਾਲ ਮਿਲ ਗਿਆ। ਸ਼ਹਿਜ਼ਾਦਾ ਜਹਾਨ ਖਾਨ ਨੂੰ ਮਾਰਨ ਨਾਲ ਕਾਫੀ ਪ੍ਰਸਿੱਧ ਹੋ ਗਿਆ। ਫਿਰ ਤਖਤ ਵਾਸਤੇ ਫਰਖਸ਼ੀਅਰ ਤੇ ਜਹਾਂਦਾਰ ਸ਼ਾਹ ਵਿਚਕਾਰ ਹੋਈ ਜੰਗ ਵਿੱਚ ਇਹ ਫਰਖਸ਼ੀਅਰ ਵਾਲੇ ਪਾਸਿਓਂ ਹੋ ਕੇ ਲੜਿਆ ਤੇ ਬਹੁਤ ਨਾਮਣਾ ਖਟਿਆ। ਫਰਖਸ਼ੀਅਰ ਇਸ ਦੀ ਸੇਵਾ ਤੋਂ ਬਹੁਤ ਖੁਸ਼ ਹੋਇਆ ਤੇ ਜਦ ਸਫਲ ਹੋ ਕੇ ਤਖਤ ਨਸ਼ੀਨ ਹੋਇਆ ਤਾਂ ਇਸ ਨੂੰ 5000 ਦਾ ਮਨਸਬ ਦਿੱਤਾ, ਦਲੇਰੇ ਜੰਗ ਦਾ ਖਿਤਾਬ ਬਖਸ਼ਿਆ ਅਤੇ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦੁਸ ਸਮਾਦਕ ਖਾਂ ਦਾ ਸਢੌਰੇ ਪੁੱਜ ਕੇ ਘੇਰਾ ਕੱਸਣਾ। ਅਬਦੁਸ ਸਮਾਦਕ ਖਾਂ ਹੁਕਮ ਮਿਲਦੇ ਸਾਰ ਤਿਆਰੀ ਕਰਕੇ ਜਦ ਸਢੌਰੇ ਪੁੱਜਾ ਤਾਂ ਉਸ ਵੇਲੇ ਸਿੰਘ ਦੋਹੀਂ ਪਾਸੀਂ ਡਟੇ ਬੈਠੇ ਸਨ। ਬੰਦਾ ਸਿੰਘ ਆਪ ਤਾਂ ਲੋਹਗੜ੍ਹ ਵਿੱਚ ਸੀ, ਸਢੌਰੇ ਦੀ ਗੜੀ ਵਿੱਚ ਵੀ ਸਿੰਘ ਚੰਗੀ ਤਰ੍ਹਾਂ ਡਟੇ ਹੋਏ ਸਨ। ਜ਼ੈਨਦੀਨ ਅਹਿਮਦ ਖਾਂ ਨੇ ਸਿਰ ਚੋਟੀ ਦਾ ਜ਼ੋਰ ਲਾਇਆ ਸੀ, ਪਰ ਉਹ ਸਿੰਘਾਂ ਨੂੰ ਇੱਥੋਂ ਉਖੇੜਨ ਵਿੱਚ ਸਫਲ ਨਹੀਂ ਸੀ ਹੋ ਸਕਿਆ। ਅਬਦੁਸ ਸਮਾਦਕ ਖਾਂ ਹੰਡਿਆ ਆਦਮੀ ਸੀ। ਝੱਟ ਭਾਂਪ ਗਿਆ ਕਿ ਇੱਕ ਵੇਲੇ ਦੋਹਾਂ ਕਿਲਿਆਂ ਉੱਤੇ ਕੀਤੇ ਹੱਲੇ ਕਾਮਯਾਬ ਨਹੀਂ ਹੋ ਸਕਣਗੇ। ਉਸ ਨੇ ਵਾਰੋ-ਵਾਰੀ ਇਕੱਲੇ ਨੂੰ ਮਾਰਨ ਦਾ ਫੈਸਲਾ ਕੀਤਾ। ਅਬਦੁਸ ਸਮਾਦਕ ਖਾਨ, ਜ਼ੈਨਦੀਨ ਅਹਿਮਦ ਖਾਂ ਅਤੇ ਇਨਾਮ ਖਾਨ ਆਦਿਆਂ ਹੋਰ ਫੌਜਾਂ ਨੇ ਜੋ ਬਾਦਸ਼ਾਹ ਨੇ ਸਿੰਘਾਂ ਦੇ ਖਾਤਮੇ ਲਈ ਇਹਨਾਂ ਦੀ ਸਹਾਇਤਾ ਲਈ ਭੇਜੀਆਂ ਸਨ,
ਰਲ ਕੇ ਸਢੌਰੇ ਦੀ ਗੜ੍ਹੀ ਦਾ ਘੇਰਾ ਸਖਤ ਕਰ ਦਿੱਤਾ। ਇਸ ਲੜਾਈ ਨੂੰ ਜਹਾਦ ਦਾ ਰੰਗ ਦੇ ਕੇ 4 ਚੁਫੇਰੇ ਦੇ ਇਲਾਕੇ ਵਿੱਚ ਪੱਲਾ ਫੇਰ ਦਿੱਤਾ ਕਿ ਗਾਜੀਓ, ਇਸਲਾਮ ਦੀ ਸੇਵਾ ਲਈ ਨਿੱਤਰ ਪਾਓ, ਕਾਫਰ ਮਕਾਓ ਅਤੇ ਜੋ ਲੁੱਟ ਲਓ ਸਭ ਤੁਹਾਡਾ। ਇਸਲਾਮ ਦੀ ਸੇਵਾ ਨਾਲੋਂ ਲੁੱਟ ਦਾ ਲਾਲਚ ਕਰਕੇ ਆਲੇ ਦੁਆਲੇ ਦਾ ਮੁਸਲਮਾਨ ਮੁਲਖਈਆ ਬੇਸ਼ੁਮਾਰ ਜਮ੍ਹਾਂ ਹੋ ਗਿਆ। ਇਸ ਤਰ੍ਹਾਂ ਘੇਰੇ ਦੇ ਕੱਸੇ ਜਾਣ ਨਾਲ ਸਿੰਘਾਂ ਦੀ ਆਵਾਜਾਈ ਬੜੀ ਔਖੀ ਹੋ ਗਈ ਸੀ ਤੇ ਅੰਦਰ ਖਾਣਾ ਦਾਣਾ, ਘਾਹ ਪੱਠਾ ਪੁੱਜਣਾ ਔਖਾ ਹੋ ਗਿਆ। ਇੰਨੇ ਕਰੜੇ ਘੇਰੇ ਵਿੱਚ ਸਿੰਘਾਂ ਦਾ ਸਢੌਰੇ ਦੀ ਗੜ੍ਹੀ ਵਿੱਚ ਬਹੁਤੀ ਦੇਰ ਟਿਕੇ ਰਹਿਣਾ ਬਹੁਤ ਔਖਾ ਸੀ। ਬੰਦਾ ਸਿੰਘ ਵੀ ਅਵੇਸਲਾ ਨਹੀਂ ਸੀ। ਇਸ ਹਾਲਤ ਨੂੰ ਵੇਖ ਕੇ ਲੋਹਗੜ੍ਹੋਂ ਸਹਾਇਤਾ ਭੇਜਣ ਦੇ ਯਤਨ ਕਰਨ ਲੱਗਾ। ਦੂਜੇ ਤੀਜੇ ਦਿਨ ਤੇ ਕਈ ਵਾਰ ਰੋਜ਼ ਹੀ ਲੋਹਗੜ੍ਹੋਂ ਸਿੰਘਾਂ ਦੇ ਜਥੇ ਭੇਜਦਾ ਤੇ ਉਹਨਾਂ ਨੂੰ ਲੰਗਰ ਤੇ ਲੜਾਈ ਦਾ ਸਾਮਾਨ ਪਹੁੰਚਾਉਂਦਾ। ਗੜ੍ਹੀ ਦੇ ਅੰਦਰ ਘਿਰੇ ਹੋਏ ਸਿੰਘ ਵੀ ਸਿਰ ਤਲੀਆਂ ਤੇ ਧਰੀ ਬੈਠੇ ਸਨ। ਉਹਨਾਂ ਦੇ ਵੀ ਹੌਸਲੇ ਦੂਣੇ ਚੌਣੇ ਹੋ ਗਏ। ਜਦ ਸਿੰਘਾਂ ਦੇ ਜਥੇ ਨੂੰ ਗੜ੍ਹੀ ਵੱਲ ਆ ਰਹੇ ਵੇਖਦੇ ਜਾਂ ਉਹਨਾਂ ਦੇ ਘੋੜਿਆਂ ਦੇ ਆਉਣ ਨਾਲ ਉੱਡਦੀ ਧੂੜ ਤੱਕਦੇ, ਉਹ ਵੀ ਭੁੱਖਿਆਂ ਸ਼ੇਰਾਂ ਦੇ ਘੋਰਨਾਂ ਚੋਂ ਨਿਕਲਣ ਵਾਂਗ ਗੜ੍ਹੀ ਚੋਂ ਲਲਕਾਰਦੇ ਹੋਏ ਹੱਲਾ ਕਰਕੇ ਘੇਰੇ ਵਾਲਿਆਂ ਤੇ ਟੁੱਟ ਪੈਂਦੇ ਅਤੇ ਮਾਰਦੇ ਕੱਟਦੇ ਹੋਏ ਜੋ ਹੱਥ ਆਉਂਦਾ ਖੋਹ ਖਿੰਝ ਕੇ ਗੜ੍ਹੀ ਵਿੱਚ ਲੈ ਵੜਦੇ। ਜੰਗ ਵਿੱਚ ਹੌਸਲੇ ਤੇ ਦਲੇਰੀ ਦਾ ਆਪਣਾ ਹਿੱਸਾ ਹੈ, ਪਰ ਗਿਣਤੀ ਤੋਂ ਬਿਨਾਂ ਵੀ ਸਰਦਾ ਨਹੀਂ। ਸਿੰਘਾਂ ਪਾਸ ਹੌਸਲਾ ਤੇ ਦਲੇਰੀ ਤਾਂ ਬਹੁਤ ਸੀ, ਪਰ ਉਹਨਾਂ ਦੀ ਆਪਣੀ ਗਿਣਤੀ ਬਹੁਤ ਘੱਟ ਸੀ। ਇਸ ਕਰਕੇ ਉਹ ਬੜੇ ਘਾਟੇ ਵਿੱਚ ਜਾ ਰਹੇ ਸਨ। ਉਹਨਾਂ ਦੇ ਛੋਟੇ ਛੋਟੇ ਹੱਲੇ ਦੁਸ਼ਮਣ ਦਾ ਨੁਕਸਾਨ ਤਾਂ ਜ਼ਰੂਰ ਕਰਦੇ ਸਨ, ਪਰ ਇਹ ਨੁਕਸਾਨ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ ਕਿ ਦੁਸ਼ਮਣ ਪੈਰਾਂ ਤੋਂ ਹਿੱਲ ਜਾਵੇ। ਸੋ ਬਾਹਰ ਬੈਠੇ ਸ਼ਾਹੀ ਲਸ਼ਕਰ ਤੇ ਕੋਈ ਖਾਸ ਅਸਰ ਨਹੀਂ ਸੀ ਹੋ ਰਿਹਾ। ਇਹ ਵੀ ਮਾਲੂਮ ਹੁੰਦਾ ਹੈ ਕਿ ਜਦ ਇਕੱਲਾ ਜੈਨਦੀਨ ਅਹਿਮਦ ਖਾਂ ਘੇਰਾ ਪਾਈ ਬੈਠਾ ਸੀ, ਉਸ ਵੇਲੇ ਸਿੰਘਾਂ ਬਹੁਤਾ ਅੰਨ ਦਾਣਾ ਤੇ ਘਾਹ ਪੱਠਾ ਆਦਿ ਜਮ੍ਹਾਂ ਨਹੀਂ ਸੀ ਕੀਤਾ। ਹੁਣ ਜਦ ਘੇਰਾ ਪੀੜਾ ਹੋ ਗਿਆ ਤਾਂ ਸਿੰਘਾਂ ਲਈ ਡਾਢੀ ਔਖ ਬਣੀ ਹੋਈ ਸੀ। ਹਾਂ, ਇਹ ਗੱਲ ਚਕਰਿਤ ਕਰ ਦੇਣ ਵਾਲੀ ਹੈ ਕਿ ਇਸ ਸਿਰੇ ਦੀ ਔਖਿਆਈ ਸਮੇਂ ਵੀ ਉਹਨਾਂ ਦੇ ਕਦਮ ਨਹੀਂ ਡਗਮਗਾਏ ਜਾਂ ਬਾਹਰਲੀ ਲਾਤਾਦਾਦ ਗਿਣਤੀ ਦੇ ਅੱਲਾਹੂ ਅਕਬਰ ਤੇ ਜਾ ਅਲੀ ਦੇ ਨਾਰੇ ਉਹਨਾਂ ਤੇ ਕੋਈ ਅਸਰ ਨਹੀਂ ਪਾ ਸਕੇ। ਇਹ ਨਾਰੇ ਉਹਨਾਂ ਨੂੰ ਹੋਰ ਰੋਹ ਤੇ ਜੋਸ਼ ਚੜਾਉਂਦੇ ਸਨ। ਘੇਰਾ ਲੰਬਾ ਹੁੰਦਾ ਗਿਆ ਤੇ ਹੁਣ ਗਰਮੀ ਦੇ ਦਿਨ ਆ ਗਏ। 9 ਜਮਾਦੀ ਉਨਸਾਨੀ ਭਾਵ 22 ਜੂਨ ਸਨ 1713 ਨੂੰ ਕੁਝ ਸਿੰਘ ਕਿਲਿਓਂ ਬਾਹਰ ਨਿਕਲੇ ਤਾਂ ਸ਼ਾਹੀ ਫੌਜ ਨਾਲ ਉਹਨਾਂ ਦਾ ਭੇੜ ਹੋ ਗਿਆ। ਇੰਜ ਮਾਲੂਮ ਹੁੰਦਾ ਹੈ ਕਿ ਲੋਹਗੜ੍ਹ ਤੋਂ ਬੰਦਾ ਸਿੰਘ ਨੇ ਸਢੌਰੇ ਵਿੱਚ ਘਿਰੇ ਸਿੰਘਾਂ ਦੀ ਲੰਗਰ ਆਦਿ ਦੀ ਸਹਾਇਤਾ ਲਈ ਜਾਂ ਉਹਨਾਂ ਨੂੰ ਉੱਥੋਂ ਕੱਢ ਲਿਆਉਣ ਦੇ ਇਰਾਦੇ ਨਾਲ ਸਿੰਘਾਂ ਦਾ ਜਥਾ ਭੇਜਿਆ। ਤੇ ਜਦ ਇਹ ਜਥਾ ਨਜ਼ਦੀਕ ਢੁੱਕਾ ਤਾਂ ਇਨਾਮ ਖਾਂ ਦੇ ਸਿਪਾਹੀ ਉੱਤੇ ਨੇਜੇ ਤੇਗਾਂ ਸੂਤ ਕੇ ਟੁੱਟ ਪਏ। ਜਦ ਬਾਹਰ ਇਹ ਨਜ਼ਾਰਾ ਤੱਕਿਆ ਤਾਂ ਕਿਲੇ ਅੰਦਰੋਂ ਕੁਝ ਸਿੰਘ ਵੀ ਨਿਕਲ ਪਏ। ਇਸ ਤਰ੍ਹਾਂ ਸਿੰਘਾਂ ਅਤੇ ਲਸ਼ਕਰੀਆਂ ਵਿੱਚ ਟੱਕਰ ਹੋ ਪਈ। ਦੋਵੇਂ ਧਿਰਾਂ ਆਪਣੇ ਆਪਣੇ ਮਾਣ ਵਿੱਚ ਸਨ। ਜਦ ਮੱਥੇ ਜੁੜ ਗਏ ਤਾਂ ਪਛਾਂ ਕੌਣ ਹਟੇ। ਦੋਹਾਂ ਪਾਸਿਆਂ ਦੇ ਸੂਰਮਿਆਂ ਖੂਬ ਆਪਣੇ ਜ਼ੋਰ ਵਿਖਾਏ ਤੇ ਦੋਹਾਂ ਪਾਸਿਆਂ ਤੋਂ ਕਾਫੀ ਕੱਟਾ ਵੱਢ ਹੋਈ। ਬਾਦਸ਼ਾਹ ਵੱਲੋਂ ਜੋ ਦਿੱਲੀੋਂ ਨਵੀਂ ਸੱਜਰ ਸ਼ਾਹ ਫੌਜ ਆਈ ਸੀ, ਉਸ ਦਾ ਇੱਕ ਉੱਘਾ ਆਲਾ ਅਫਸਰ ਬੱਕਾ ਬੇਗ ਖਾਨ ਜੋ ਇਨਾਮ ਖਾਨ ਦੀ ਬਰਾਦਰੀ ਚੋਂ ਸੀ ਅਤੇ ਉਸ ਦੇ ਕੁਝ ਹੋਰ ਸੂਰਬੀਰ ਸਾਥੀ ਸਿੰਘਾਂ ਹੱਥੋਂ ਮਾਰੇ ਗਏ। ਮੁਗਲ ਲਸ਼ਕਰੀ ਤਾਂ ਆਪਣੇ ਮਰ ਚੁੱਕੇ ਅਫਸਰ ਤੇ ਸਾਥੀਆਂ ਦੀਆਂ ਲਾਸ਼ਾਂ ਦੁਆਲੇ ਹੋ ਗਏ ਤੇ ਸਿੰਘ ਆਪਣੀ ਗੜ੍ਹੀ ਵਿੱਚ ਜਾ ਵੜੇ। ਸਹਾਇਤਾ ਲਈ ਆਏ ਜਥੇ ਦੇ ਜਿੰਨੇ ਸਿੰਘ ਬਚੇ ਉਹ ਵਾਪਸ ਪਰਤ ਗਏ। ਇਹੋ ਜਿਹੀਆਂ ਝੜਪਾਂ ਦੂਜੇ ਤੀਜੇ ਦਿਨ ਹੁੰਦੀਆਂ ਹੀ ਰਹਿੰਦੀਆਂ ਸਨ। ਜੂਨ ਦਾ ਸਾਰਾ ਮਹੀਨਾ ਲੰਘ ਗਿਆ। ਅਬਦੁਸ ਸਮਦ ਖਾਂ ਨੂੰ ਆਏ ਨੂੰ ਕਈ ਦਿਨ ਹੋ ਚੁੱਕੇ ਸਨ। ਉਸ ਨੇ ਕਿਸੇ ਤਰ੍ਹਾਂ ਕੁਝ ਪੇਸ਼ ਨਾ ਜਾਂਦੀ ਵੇਖ ਕੇ ਇੱਕ ਜ਼ੋਰਦਾਰ ਹੱਲਾ ਕਰਨ ਦੇ ਖਿਆਲ ਨਾਲ ਆਪਣੇ ਮੋਰਚੇ ਹੋਰ ਅੱਗੇ ਨੂੰ ਸਰਕਾਉਣੇ ਸ਼ੁਰੂ ਕਰ ਦਿੱਤੇ। 5 ਰਜਬ ਮੁਤਾਬਕ 17 ਜੁਲਾਈ 1723 ਈਸਵੀ ਨੂੰ ਫਰਖਸ਼ੀਰ ਨੂੰ ਦਿੱਲੀ ਵਿਖੇ ਖਬਰ ਪੁੱਜੀ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਅਬਦੁਸ ਸਮਦ ਖਾਂ ਨੇ ਇਨਾਮ ਖਾਨ ਤੇ ਜੈਨਦੀਨ ਅਹਿਮਦ ਨਾਲ ਸਲਾਹ ਕਰਕੇ ਆਪਣੇ ਮੋਰਚੇ ਸਢੌਰੇ ਦੀ ਗੜ੍ਹੀ ਦੇ ਲਾਗੇ ਕਰਨ
ਅਤੇ ਲੱਕੜੀ ਦੀਆਂ 700 ਪੌੜੀਆਂ ਬਣਾ ਕੇ ਛੇਤੀ ਹੀ ਹੱਲਾ ਕਰਨ ਦਾ ਫੈਸਲਾ ਕੀਤਾ ਹੈ। ਅਬਦੁਸ ਸਮਾਦ ਖਾਂ ਦੀਆਂ ਇਹ ਤਿਆਰੀਆਂ 2 ਕੁ ਮਹੀਨੇ ਤੱਕ ਹੁੰਦੀਆਂ ਰਹੀਆਂ ਤੇ ਇਹਨਾਂ ਦਾ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਜਾਪਦਾ ਹੈ। ਇਸ ਲਈ ਸਤੰਬਰ ਮਹੀਨੇ ਦੇ ਤੀਜੇ ਹਫ਼ਤੇ ਦਾ ਅੱਧ ਹੋਵੇਗਾ, ਸ਼ਾਇਦ 18 ਜਾਂ 19 ਸਤੰਬਰ ਨੂੰ। ਇਹ ਖਿਆਲ ਹੀ ਲੱਗਦਾ ਹੈ। ਇਸ ਦਿਨ ਦੀ ਪੱਕੀ ਲਿਖਤੀ ਗਵਾਹੀ ਨਹੀਂ। ਇਹਨਾਂ ਦੋਹਾਂ ਚੋਂ ਇੱਕ ਦਿਨ ਜ਼ਰੂਰ ਹੋ। ਸਿੰਘ ਇੱਕਦਮ ਗੜੀ ਚੋਂ ਬਿਜਲੀ ਵਾਂਗ ਨਿਕਲ ਪਏ ਅਤੇ ਜਿੱਧਰ ਜ਼ਿਮੀਂਦਾਰਾਂ ਦੇ ਬੰਦੇ ਤੇ ਮੁਲਖਈਆ ਘੇਰਾ ਘੱਤੀ ਬੈਠੇ ਸਨ, ਉਧਰ ਉਹਨਾਂ ਤੇ ਆਫਤ ਬਣ ਕੇ ਟੁੱਟ ਪਏ। ਪਹਿਲੀ ਗੱਲ ਤਾਂ ਉਹਨਾਂ ਨੂੰ ਚੇਤੇ ਵੀ ਨਹੀਂ ਸੀ ਕਿ ਉਹਨਾਂ ਤੇ ਇਸ ਤਰ੍ਹਾਂ ਕਿਆਮਤ ਆਣ ਪਏਗੀ। ਦੂਜਾ, ਗਵਾਂਢੀਆਂ ਤੇ ਲੋਟੂ ਧੜਾ ਨੇ ਸਿਰਲੱਥ ਸੂਰਮਿਆਂ ਦਾ ਕੀ ਮੁਕਾਬਲਾ ਕਰਨਾ ਸੀ। ਸਿੰਘ ਤੇਗਾਂ ਵਹਾਉਂਦੇ ਉਹਨਾਂ ਦੀਆਂ ਸਫਾਂ ਨੂੰ ਖੇਰੂ ਕਰਦੇ ਹੋਏ ਬਿਨਾਂ ਕੁਝ ਬਹੁਤਾ ਨੁਕਸਾਨ ਕਰਾਏ ਦੇ ਨਿਕਲ ਗਏ ਤੇ ਲੋਹਗੜ੍ਹ ਜਾ ਪੁੱਜੇ। ਅਬਦੁਸ ਸਮਾਦ ਖਾਂ ਦਾ ਘੇਰੇ ਦਾ ਜਾਲ ਕਿਸੇ ਕੰਮ ਨਾ ਆਇਆ, ਲੱਗੇ ਦਾ ਲੱਗਾ ਹੀ ਰਹਿ ਗਿਆ। ਇਸ ਨਾਕਾਮੀ ਨੇ ਜਦ ਕਿ ਏਡੇ ਤਕੜੇ ਲਸ਼ਕਰ ਨਾਲ ਸਿਰਫ 1000 ਕੋ ਸਿੰਘ ਘੇਰੀ ਬੈਠਾ ਸੀ ਤੇ ਉਹ ਵੀ ਉਸ ਦੇ ਲਸ਼ਕਰ ਨੂੰ ਚੀਰ ਪਾੜ ਕੇ ਨਿਕਲ ਗਏ। ਉਸ ਨੂੰ ਮਾਯੂਸੀ ਤੇ ਹੈਰਾਨਗੀ ਦੇ ਅਥਾਹ ਸਮੁੰਦਰਾਂ ਵਿੱਚ ਸੁੱਟ ਦਿੱਤਾ। ਉਸ ਨੇ ਖਾਲੀ ਗੜੀ ਦੇ ਗੱਚ ਕੱਢਿਆ। 24 ਸਤੰਬਰ ਨੂੰ ਦਿੱਲੀ ਬਾਦਸ਼ਾਹ ਪਾਸ ਖਬਰ ਪੁੱਜੀ। ਅਬਦੁਸ ਸਮਾਦ ਖਾਂ ਨੇ ਸਢੌਰੇ ਦੇ ਕਿਲ੍ਹੇ ਨੂੰ ਢਾਹ ਕੇ ਧਰਤੀ ਨਾਲ ਮਿਲਾ ਦਿੱਤਾ। 12 ਅਕਤੂਬਰ ਨੂੰ ਭਗਵਤੀ ਦਾਸ ਹਰਕਾਰੇ ਵੱਲੋਂ ਬਾਦਸ਼ਾਹ ਦੇ ਹਜ਼ੂਰ ਲਿਖਤੀ ਖਬਰ ਪੇਸ਼ ਕੀਤੀ ਗਈ ਕਿ ਸਿੰਘਾਂ ਦਾ ਆਗੂ ਬੰਦਾ ਸਿੰਘ ਲੋਹਗੜ੍ਹ ਵਿੱਚ ਮੌਜੂਦ ਹੈ ਤੇ ਆਪਣੇ ਕਿਲ੍ਹੇ ਦੀ ਖਾਈ ਤਿਆਰ ਕਰਵਾ ਰਿਹਾ ਹੈ। ਸ਼ਾਹੀ ਲਸ਼ਕਰ ਨਾਲ ਡਾਢਾ ਟਾਕਰਾ ਕਰਨ ਦਾ ਇਰਾਦਾ ਰੱਖਦਾ ਹੈ। ਸਢੌਰੇ ਦੀ ਗੜੀ ਢਾਹ ਕੇ ਅਬਦੁਸ ਸਮਾਦ ਖਾਂ ਲੋਹਗੜ੍ਹ ਵੱਲ ਵਧਿਆ। ਜੈਨਦੀਨ ਅਹਿਮਦ ਖਾਂ, ਇਨਾਮ ਖਾਨ ਅਤੇ ਆਪਣੇ ਪੁੱਤਰ ਜ਼ਕਰੀਆ ਖਾਨ ਆਦਿ ਸਰਦਾਰਾਂ ਨੂੰ ਨਾਲ ਲੈ ਕੇ ਉਸਨੇ ਲੋਹਗੜ੍ਹ ਕਿਲ੍ਹੇ ਤੇ ਚੜ੍ਹਾਈ ਕੀਤੀ। ਬਾਦਸ਼ਾਹੀ ਖਬਰਾਂ ਵਿੱਚ ਇਸ ਚੜ੍ਹਾਈ ਦਾ ਕੋਈ ਜ਼ਿਕਰ ਨਹੀਂ ਮਿਲਦਾ। ਰਿਕਾਰਡ ਤੋਂ ਸਿਰਫ ਇੰਨਾ ਪਤਾ ਲੱਗਦਾ ਹੈ ਕਿ ਕੁਝ ਬੰਦੇ ਮਾਰੇ ਗਏ ਤੇ ਕੁਝ ਜ਼ਖਮੀ ਹੋਏ ਸਨ, ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਜਦ ਇਹ ਫੌਜ ਲੋਹਗੜ੍ਹ ਪੁੱਜੀ ਤਾਂ ਉੱਥੇ ਨਾ ਤਾਂ ਬੰਦਾ ਸਿੰਘ ਸੀ ਤੇ ਨਾ ਹੀ ਉਸਦੇ ਕੋਈ ਸਿੰਘ ਹੀ। ਸਿੰਘਾਂ ਵਾਲੇ ਪਾਸਿਓਂ ਵੀ ਕੋਈ ਗੱਲ ਸਾਫ਼ ਨਹੀਂ ਹੁੰਦੀ ਕਿ ਉਹਨਾਂ ਇਸ ਵੇਲੇ ਕੀ ਕੀਤਾ। ਸ਼ਾਹੀ ਫੌਜ ਕਿਲ੍ਹੇ ਤੱਕ ਸੁੱਕੀ ਕਿਵੇਂ ਪਹੁੰਚ ਗਈ, ਕੋਈ ਲਿਖਤੀ ਸਬੂਤ ਨਹੀਂ। ਇਹ ਅਨੁਮਾਨ ਹੀ ਕਿ ਸਢੌਰੇ ਦੀ ਗੜੀ ਖਾਲੀ ਕਰ ਦੇਣ ਦੇ ਕੁਝ ਚਿਰ ਬਾਅਦ ਉਹਨਾਂ ਕਿਸੇ ਮਿਥੀ ਹੋਈ ਚਾਲ ਦੇ ਤਹਿਤ ਲੋਹਗੜ੍ਹ ਨੂੰ ਖਾਲੀ ਕਰ ਦੇਣਾ ਵਾਜਬ ਸਮਝਿਆ ਤੇ ਦੁਸ਼ਮਣ ਨੂੰ ਸੂਹ ਲੱਗਣ ਤੋਂ ਪਹਿਲਾਂ ਛੱਡ ਕੇ ਚੁੱਪਚਾਪ ਪਹਾੜਾਂ ਵੱਲ ਨਿਕਲ ਕੇ ਅਲੋਪ ਹੋ ਗਏ। ਸ਼ਾਹੀ ਲਸ਼ਕਰ ਆਪਣੇ ਡੇਰੇ ਲਈ ਚੰਗੀ ਥਾਂ ਦੀ ਤਲਾਸ਼ ਵਿੱਚ ਸੀ। ਕੁਝ ਪਾਣੀ ਦੀ ਭਾਲ ਵਿੱਚ ਸਨ, ਦੂਜੇ ਖਾਈ ਪੁੱਟਣ ਤੇ ਮਿੱਟੀ ਬਾਹਰ ਸੁੱਟਣ ਦੇ ਆਰ ਵਿੱਚ ਸਨ। ਉਹਨਾਂ ਦੇ ਸਵਾਰਾਂ ਦਾ ਇੱਕ ਦਸਤਾ ਤੇਜ਼ੀ ਨਾਲ ਇੱਕ ਟਿੱਬੀ ਵੱਲ ਨੂੰ ਇਸ ਖਿਆਲ ਨਾਲ ਗਿਆ ਕਿ ਸਿੰਘਾਂ ਦੇ ਮੋਰਚਿਆਂ ਦਾ ਪਤਾ ਕਰੇ ਤੇ ਉਹਨਾਂ ਦੀ ਡਿੱਠ ਵੇਖੇ। ਜਦੋਂ ਉਸ ਦੇ ਸਿਰ ਤੇ ਚੜ੍ਹੇ ਤਾਂ ਉਹਨਾਂ ਵੇਖਿਆ ਕਿ ਸਿੰਘ ਪਹਾੜੀ ਦੀ ਪਰਲੀ ਢਲਾਣ ਵੱਲ ਉਤਰ ਕੇ ਅਲੋਪ ਹੋ ਗਏ ਹਨ। ਸਿੰਘਾਂ ਦੇ ਇਸ ਤਰ੍ਹਾਂ ਖਿਸਕ ਜਾਣ ਨਾਲ ਬਾਦਸ਼ਾਹੀ ਲਸ਼ਕਰੀਆਂ ਨੂੰ ਹੋਰ ਵੀ ਅਚੰਭਾ ਹੋਇਆ ਜਦ ਉਹਨਾਂ ਨੇ ਮੁਗਲ ਫੌਜਾਂ ਨਾਲ ਟੱਕਰ ਲੈਣ ਲਈ ਸਿੰਘਾਂ ਦੀ ਏਡੀ ਤਕੜੀ ਤਿਆਰੀ ਦੇ ਸਾਮਾਨ ਦੇ ਪ੍ਰਬੰਧ ਵੇਖੇ। ਪਹਾੜੀ ਦੇ ਪੈਰਾਂ ਵਿੱਚ ਪਹਿਲਾਂ ਟਿੱਬੇ ਤੋਂ ਲੈ ਕੇ ਲੋਹਗੜ੍ਹ ਦੀ ਦੀਵਾਰ ਤੱਕ ਉਹਨਾਂ ਨੇ ਆਪਣੇ ਮੋਰਚੇ ਤੇ ਹਿਫਾਜ਼ਤੀ ਚੌਂਕੀਆਂ ਇਸ ਢੰਗ ਨਾਲ ਬਣਾਈਆਂ ਹੋਈਆਂ ਸਨ ਕਿ ਇੱਕ ਤੋਂ ਦੂਸਰੀ ਦੀ ਮਦਦ ਹੋ ਸਕਦੀ ਸੀ ਤੇ ਹਮਲੇ ਲਈ ਚੜ੍ਹੇ ਆ ਰਹੇ ਦੁਸ਼ਮਣ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅੱਗ ਵਰਾਈ ਤੇ ਵੈਰੀ ਨੂੰ ਮੌਤ ਦੀ ਨੀਂਦ ਸੁਆਇਆ ਜਾ ਸਕਦਾ ਸੀ। ਲਸ਼ਕਰੀਆਂ ਇਹ ਸਭ ਕੁਝ ਅੱਖੀਂ ਵੇਖਿਆ। ਉਹ ਸਿੰਘਾਂ ਦੀ ਇਸ ਆਦਤ ਤੋਂ ਕਿ ਉਹ ਅੱਗੇ ਲੱਗ ਕੇ ਇੱਕਦਮ ਮੁੜ ਕੇ ਵੈਰੀ ਤੇ ਟੁੱਟ ਪੈਂਦੇ ਹਨ ਤੇ ਮਗਰ ਲੱਗੇ ਦੁਸ਼ਮਣ ਨੂੰ ਕਸੂਤਾ ਫਾਹ ਲੈਂਦੇ ਹਨ, ਇੰਨੇ ਡਰੇ ਹੋਏ ਸਨ ਕਿ ਉਹਨਾਂ ਨੇ ਕਈ ਦਿਨ ਸਿੰਘਾਂ ਦਾ ਪਿੱਛਾ ਹੀ ਨਹੀਂ ਕੀਤਾ। ਸਿੰਘਾਂ ਦੇ ਇਸ ਜੰਗੀ ਦਾਅਪੇਚ ਨੂੰ ਕਾਜ਼ੀ ਨੂਰ ਮੁਹੰਮਦ ਨੇ ਖੂਬ ਸਮਝਿਆ ਸੀ ਤੇ ਉਸ ਦਾ ਜ਼ਿਕਰ ਉਸ ਨੇ ਜੰਗਨਾਮੇ ਵਿੱਚ ਬੜਾ ਸੋਹਣਾ ਕੀਤਾ ਹੈ। ਕੁਝ ਦੇਰ ਬਾਅਦ ਜਦੋਂ ਸਿੰਘਾਂ ਦੇ ਮਗਰ ਲੱਗੇ ਤਾਂ ਉਹਨਾਂ ਨੂੰ ਕਿਤੇ ਉਹਨਾਂ ਦਾ ਖੁਰਾ ਖੋਜ ਵੀ ਨਾ ਲੱਭਾ।
ਲੋਹਗੜ੍ਹ ਖਾਲੀ ਕਰਕੇ ਬੰਦਾ ਸਿੰਘ ਦਾ ਸਿੰਘਾਂ ਸਮੇਤ ਇੰਜ ਨਿਕਲ ਜਾਣ ਦੀ ਖਬਰ ਬਾਦਸ਼ਾਹ ਨੂੰ 16 ਨਵੰਬਰ ਨੂੰ ਮਿਲੀ। ਉਸ ਵਿੱਚ ਲਿਖਿਆ ਸੀ ਕਿ ਬੰਦਾ ਸਿੰਘ ਦੇ ਕਈ ਆਦਮੀ ਕਤਲ ਤੇ ਜ਼ਖਮੀ ਹੋਏ ਹਨ। ਉਹਨਾਂ ਦੇ ਬਾਰੂਦ ਦੇ ਜ਼ਖੀਰੇ ਜ਼ਬਤ ਕਰ ਲਏ ਗਏ ਹਨ। ਸ਼ਾਹੀ ਲਸ਼ਕਰ ਦੇ ਅਫਸਰਾਂ ਚੋਂ ਅਬਦੁਸ ਸਮਾਦਕ ਖਾਂ ਦਾ ਬਖਸ਼ੀ ਹਾਜੀ ਕਮਾਲ ਇਹ ਫੌਜੀ ਕਮਾਂਡਰ ਸੀ। ਜ਼ੈਨਦੀਨ ਅਹਿਮਦ ਖਾਨ ਦਾ ਭਤੀਜਾ ਅਬੁਲ ਮੁਕਾਰਮ ਫਤਿਹ ਖਾਨ ਆਦਿ ਘਾਇਲ ਹੋਏ ਹਨ। ਕਤਲ ਹੋਏ ਤੇ ਜ਼ਖਮੀ ਸਿੰਘਾਂ ਨੂੰ ਕਤਲ ਕਰਕੇ ਉਹਨਾਂ ਦੇ ਸਿਰ ਜ਼ਕਰੀਆ ਖਾਨ ਦਿੱਲੀ ਲੈ ਗਿਆ ਤੇ 29 ਨਵੰਬਰ ਨੂੰ ਇਹ ਸਿਰ ਨੇਜਿਆਂ ਤੇ ਟੰਗ ਕੇ ਬਾਦਸ਼ਾਹ ਨੂੰ ਪੇਸ਼ ਕੀਤੇ ਗਏ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 14। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।